ਫਕੀਰ ਆਉਂਦਾ ਤਾਂ ਮੰਮੀ ਆਪਣੇ ਹਿੱਸੇ ਦੀਆਂ ਰੋਟੀਆਂ ਵੀ ਉਸਨੂੰ ਦੇ ਦਿੰਦੀ। ਬਦਲੇ ਵਿੱਚ ਉਹ ਦੁਆਵਾਂ ਦਿੰਦਾ, ਰੱਬ ਤੈਨੂੰ ਪੁੱਤਰ ਦੇਵੇ, ਤੈਨੂੰ ਕਮਾ ਕੇ ਖਿਲਾਵੇ। ਇਹ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੁੰਦੀ। ਮੰਮੀ ਨੂੰ ਵਿਧਵਾ ਹੋਏ ਤਾਂ 7 ਸਾਲ ਹੋ ਗਏ ਹਨ, ਪਰ ਮੰਮੀ ਉਸ ਫਕੀਰ ਦੀਆਂ ਦੁਆਵਾਂ ਸੁਣ ਕੇ ਬਹੁਤ ਖੁਸ਼ ਹੁੰਦੀ ਅਤੇ ਹਸਪਤਾਲ ਜਾ ਕੇ ਆਪਣਾ ਚੈੱਕਅਪ ਕਰਵਾਉਂਦੀ। ਇੱਕ ਰਾਤ ਅਚਾਨਕ ਸਾਡੇ ਗੁਆਂਢ ਵਿੱਚ ਕਿਸੇ ਆਂਟੀ ਦੀ ਤਬੀਅਤ ਖਰਾਬ ਹੋਈ ਤਾਂ ਮੰਮੀ ਉੱਥੇ ਚਲੀ ਗਈ। ਮੈਂ ਮੰਮੀ ਦੇ ਬਿਸਤਰੇ ਤੇ ਲੇਟ ਗਈ। ਇਹ ਮੇਰੀ ਸਭ ਤੋਂ ਵੱਡੀ ਗਲਤੀ ਸੀ, ਕਿਉਂਕਿ ਅਚਾਨਕ ਮੰਮੀ ਸਮਝ ਕੇ ਅੱਜ ਫੇਰ ਸਵੇਰੇ ਉਹੀ ਫਕੀਰ ਆ ਕੇ ਗਲੀ ਵਿੱਚ ਆਵਾਜ਼ਾਂ ਲਗਾਉਣ ਲੱਗਿਆ, ਜੋ ਰੋਜ਼ ਉਸ ਵੇਲੇ ਆ ਕੇ ਸਾਰੇ ਮੁਹੱਲੇ ਵਿੱਚੋਂ ਮੰਗਦਾ ਸੀ। ਮੈਨੂੰ ਉਸ ਫਕੀਰ ਦੇ ਆਉਣ ਨਾਲ ਬਹੁਤ ਗੁੱਸਾ ਆਉਂਦਾ ਸੀ, ਕਿਉਂਕਿ ਉਸ ਦੇ ਆਉਂਦੇ ਹੀ ਮੰਮੀ ਆਪਣੇ ਹਿੱਸੇ ਦੀ ਰੋਟੀ ਲਿਆ ਕੇ ਉਸਨੂੰ ਦੇ ਦਿੰਦੀ ਅਤੇ ਆਪ ਭੁੱਖੇ ਹੀ ਰਹਿ ਜਾਂਦੀ। ਅਸੀਂ ਤਾਂ ਪਹਿਲਾਂ ਹੀ ਬੜਾ ਔਖਾ ਸਮਾਂ ਕੱਢ ਰਹੇ ਸੀ। ਪਾਪਾ ਦੇ ਜਾਣ ਤੋਂ ਬਾਅਦ 2 ਵਕਤ ਦੀ ਰੋਟੀ ਬੜੀ ਮੁਸ਼ਕਿਲ ਨਾਲ ਨਸੀਬ ਹੁੰਦੀ ਸੀ ਅਤੇ ਉਸ ਫਕੀਰ ਦਾ ਹੁਲੀਆ ਵੀ ਮੈਨੂੰ ਅਜੀਬ ਲੱਗਦਾ ਸੀ। ਵੱਡੇ ਕੜੇ ਹੱਥਾਂ ਵਿੱਚ ਅਤੇ ਗਲੇ ਵਿੱਚ ਪਾ ਕੇ ਰੱਖਦਾ ਅਤੇ ਅੱਖਾਂ ਵਿੱਚ ਭਰ ਕੇ ਸੁਰਮਾ ਪਾਇਆ ਹੁੰਦਾ ਸੀ, ਜਿਸ ਨਾਲ ਉਸ ਦੀ ਸ਼ਕਲ ਅਜੀਬ ਜਿਹੀ ਲੱਗਦੀ ਸੀ। ਸਾਰਾ ਮੁਹੱਲਾ ਉਸ ਫਕੀਰ ਦੀ ਬਹੁਤ ਆਓ ਭਗਤ ਕਰਦਾ ਸੀ, ਕਿਉਂਕਿ ਸਭ ਦਾ ਮੰਨਣਾ ਸੀ ਕਿ ਉਸ ਫਕੀਰ ਦੀਆਂ ਦੁਆਵਾਂ ਵਿੱਚ ਬਹੁਤ ਅਸਰ ਹੈ ਅਤੇ ਇਹੀ ਸਭ ਤੋਂ ਵੱਡਾ ਕਾਰਨ ਸੀ ਜਿਸ ਕਰਕੇ ਮੈਂ ਉਸ ਫਕੀਰ ਦੇ ਖਿਲਾਫ ਸੀ ਅਤੇ ਉਸ ਨੂੰ ਨਾਪਸੰਦ ਕਰਦੀ ਸੀ। ਜਦੋਂ ਮੰਮੀ ਉਸ ਨੂੰ ਆਪਣੇ ਹਿੱਸੇ ਦੀ ਰੋਟੀ ਦਿੰਦੀ ਤਾਂ ਫਕੀਰ ਬਦਲੇ ਵਿੱਚ ਕਹਿੰਦਾ ਕਿ ਤੈਨੂੰ ਰੱਬ ਪੁੱਤਰ ਦੇਵੇਗਾ, ਉਹ ਤੈਨੂੰ ਕਮਾ ਕੇ ਖਿਲਾਵੇਗਾ ਅਤੇ ਤੇਰੇ ਦਿਨ ਫੇਰ ਦੇਵੇਗਾ। ਮੈਨੂੰ ਇਸ ਗੱਲ ਤੋਂ ਉਹ ਫਕੀਰ ਝੂਠਾ ਲੱਗਦਾ ਸੀ, ਕਿਉਂਕਿ ਪਾਪਾ ਨੂੰ ਇਸ ਦੁਨੀਆ ਤੋਂ ਗਏ 7 ਸਾਲ ਹੋ ਚੁੱਕੇ ਸਨ। ਮੇਰਾ ਨਾਂ ਸਲਮਾ ਹੈ। ਮੇਰੀ ਜ਼ਿੰਦਗੀ ਵਿੱਚ ਮੈਨੂੰ ਪਿਆਰ ਕਰਨ ਲਈ ਸਿਰਫ ਮੇਰੇ ਮਾਂ-ਬਾਪ ਹੀ ਸਨ। ਉਹਨਾਂ ਤੋਂ ਇਲਾਵਾ ਮੈਂ ਕਿਸੇ ਦੂਜੇ ਵਿਅਕਤੀ ਨੂੰ ਆਪਣੇ ਨੇੜੇ ਤੇੜੇ ਨਹੀਂ ਦੇਖਿਆ ਸੀ। ਨਾ ਹੀ ਮੇਰਾ ਕੋਈ ਭਾਈ ਭੈਣ ਸੀ ਅਤੇ ਨਾ ਹੀ ਕੋਈ ਰਿਸ਼ਤੇਦਾਰ। ਬਸ ਮੁਹੱਲੇ ਵਿੱਚ 1-2 ਸਹੇਲੀਆਂ ਸਨ। ਜਦੋਂ ਮੈਂ ਹੋਸ਼ ਸੰਭਾਲਿਆ ਅਤੇ ਸਕੂਲ ਜਾਣਾ ਸ਼ੁਰੂ ਕੀਤਾ ਤਾਂ ਆਪਣੀਆਂ ਸਹੇਲੀਆਂ ਦੇ ਘਰ ਉਹਨਾਂ ਦੇ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਦੇਖ ਕੇ ਮੈਂ ਬਹੁਤ ਉਦਾਸ ਹੋ ਜਾਂਦੀ ਸੀ ਅਤੇ ਸੋਚਦੀ ਸੀ ਕਿ ਮੇਰਾ ਕੋਈ ਰਿਸ਼ਤੇਦਾਰ ਕਿਉਂ ਨਹੀਂ ਹੈ। ਮੰਮੀ ਨੂੰ ਪੁੱਛਦੀ ਤਾਂ ਉਹ ਕਹਿੰਦੀ, ਮੇਰਾ ਕੋਈ ਭਾਈ ਭੈਣ ਇਸ ਦੁਨੀਆ ਵਿੱਚ ਨਹੀਂ ਹੈ ਅਤੇ ਤੇਰੇ ਪਾਪਾ ਦੇ ਰਿਸ਼ਤੇਦਾਰਾਂ ਨੇ ਸਾਡੇ ਨਾਲ ਰਿਸ਼ਤੇ ਨਾਤੇ ਤੋੜ ਦਿੱਤੇ ਸਨ। ਮੇਰੇ ਪਾਪਾ ਇੱਕ ਛੋਟੀ ਜਿਹੀ ਫੈਕਟਰੀ ਵਿੱਚ ਕੰਮ ਕਰਦੇ ਸਨ। ਉਹ ਸਾਰਾ ਦਿਨ ਮਿਹਨਤ ਕਰਦੇ ਤਾਂ ਜਾ ਕੇ ਸਾਨੂੰ ਸ਼ਾਮ ਨੂੰ ਰੋਟੀ ਮਿਲਦੀ ਸੀ। ਮੇਰੀ ਮੰਮੀ ਨੂੰ ਪੀਰਾਂ ਫਕੀਰਾਂ ਵਿੱਚ ਬਹੁਤ ਭਰੋਸਾ ਸੀ। ਹਰ ਵੀਰਵਾਰ ਨੂੰ ਕਿਸੇ ਨਾ ਕਿਸੇ ਪੀਰ ਬਾਬੇ ਕੋਲ ਜਾਂਦੀ ਸੀ ਅਤੇ ਆਪਣੇ ਹਾਲਾਤ ਬਦਲਣ ਲਈ ਦੁਆਵਾਂ ਮੰਗਦੀ ਸੀ ਅਤੇ ਕਹਿੰਦੀ ਸੀ ਕਿ ਪੀਰ ਸਾਹਿਬ ਨੇ ਕਿਹਾ ਹੈ ਕਿ ਅਗਲੇ ਸਾਲ ਤੋਂ ਸਾਡੇ ਹਾਲਾਤ ਜ਼ਰੂਰ ਬਦਲ ਜਾਣਗੇ ਅਤੇ ਕੋਈ ਬਹੁਤ ਵੱਡੀ ਖੁਸ਼ੀ ਮਿਲੇਗੀ। ਮੈਂ ਕਿਹਾ, ਮੰਮੀ ਮੈਨੂੰ ਤਾਂ ਭੈਣ ਜਾਂ ਭਾਈ ਦੀ ਖੁਸ਼ੀ ਚਾਹੀਦੀ ਹੈ। ਮੇਰਾ ਬਹੁਤ ਮਨ ਕਰਦਾ ਹੈ ਕਿ ਮੇਰਾ ਕੋਈ ਛੋਟਾ ਭਾਈ ਜਾਂ ਭੈਣ ਹੋਵੇ ਜਿਸ ਦੇ ਨਾਲ ਮੈਂ ਖੇਡਿਆ ਕਰਾਂ। ਮੰਮੀ ਨੂੰ ਵੀ ਮੁੰਡੇ ਦੀ ਬੜੀ ਚਾਹਤ ਸੀ। ਮੈਂ 8 ਸਾਲ ਦੀ ਸੀ। ਮੰਮੀ ਦੀ ਇਸ ਗੱਲ ਨਾਲ ਕਿ ਅਗਲੇ ਸਾਲ ਸਾਨੂੰ ਕੋਈ ਖੁਸ਼ੀ ਮਿਲੇਗੀ, ਮੇਰੇ ਦਿਲ ਵਿੱਚ ਵੀ ਉਮੀਦ ਜਾਗ ਪਈ ਸੀ। ਪਰ ਅਗਲਾ ਸਾਲ ਖੁਸ਼ੀ ਦੀ ਬਜਾਏ ਗਮਾਂ ਨਾਲ ਬਦਲ ਗਿਆ ਸੀ, ਜਿਸ ਦੇ ਬਾਰੇ ਵਿੱਚ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਮੇਰੇ ਪਾਪਾ ਰੋਜ਼ ਦੀ ਤਰ੍ਹਾਂ ਕੰਮ ਲਈ ਘਰ ਤੋਂ ਨਿਕਲੇ, ਪਰ ਵਾਪਸ ਜਿਉਂਦੇ ਨਹੀਂ ਪਰਤੇ। ਉਸ ਵੇਲੇ ਮੈਂ ਛੋਟੀ ਸੀ, ਇਸ ਲਈ ਮੈਨੂੰ ਜ਼ਿਆਦਾ ਨਹੀਂ ਪਤਾ। ਬਸ ਇੰਨਾ ਪਤਾ ਸੀ ਕਿ ਪਾਪਾ ਮਰ ਗਏ ਹਨ। ਹੈਰਾਨੀ ਤਾਂ ਮੈਨੂੰ ਮੰਮੀ ਤੋਂ ਹੋਈ, ਜੋ ਇੰਨੀ ਵੱਡੀ ਖਬਰ ਸੁਣ ਕੇ ਵੀ ਬੜੇ ਆਰਾਮ ਨਾਲ ਬੈਠੀ ਰਹੀ। ਮੈਨੂੰ ਆਖਰੀ ਵਾਰ ਪਾਪਾ ਦਾ ਚਿਹਰਾ ਵੀ ਨਹੀਂ ਦੇਖਣ ਦਿੱਤਾ। ਮੁਹੱਲੇ ਵਾਲੇ ਕਹਿਣ ਲੱਗੇ, ਵਿਚਾਰੀ ਇੰਨੀ ਛੋਟੀ ਉਮਰ ਵਿੱਚ ਵਿਧਵਾ ਹੋ ਗਈ ਹੈ। ਪਾਪਾ ਦੇ ਮਰਨ ਤੇ ਪਹਿਲੀ ਵਾਰ ਆਪਣੇ ਘਰ ਵਿੱਚ ਇੰਨੀ ਭੀੜ ਦੇਖੀ ਸੀ। ਕਿਸੇ ਦੇ ਮੂੰਹ ਤੋਂ ਸੁਣਿਆ ਸੀ ਕਿ ਮੇਰੇ ਤਾਇਆ ਤੇ ਚਾਚਾ ਜੀ ਵੀ ਆਏ ਹਨ, ਪਰ ਉਹ ਬਸ ਆਪਣੇ ਭਾਈ ਦੇ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਆਏ ਅਤੇ ਚਲੇ ਗਏ। ਮੈਨੂੰ ਪਿਆਰ ਕਰਨਾ ਤਾਂ ਦੂਰ ਦੀ ਗੱਲ ਸੀ, ਉਹਨਾਂ ਨੇ ਤਾਂ ਮੈਨੂੰ ਦੇਖਿਆ ਤੱਕ ਨਹੀਂ। ਮੇਰੀ ਮੰਮੀ ਬਿਲਕੁਲ ਚੁੱਪ ਸੀ। ਉਸ ਦੀਆਂ ਅੱਖਾਂ ਵਿੱਚੋਂ ਇੱਕ ਵੀ ਹੰਝੂ ਨਹੀਂ ਆਇਆ। ਮੇਰੇ ਪਾਪਾ ਦੀ ਮੌਤ ਤੋਂ ਬਾਅਦ ਮੇਰੀ ਮੰਮੀ ਨੇ ਉਹ ਮਹੱਲਾ ਵੀ ਛੱਡ ਦਿੱਤਾ। ਪਾਪਾ ਦੇ ਜਾਣ ਤੋਂ ਬਾਅਦ ਮੰਮੀ ਦਾ ਜ਼ਿਆਦਾ ਸਮਾਂ ਘਰ ਤੋਂ ਬਾਹਰ ਹੀ ਗੁਜ਼ਰਨ ਲੱਗਿਆ। ਮੈਨੂੰ ਨਹੀਂ ਪਤਾ ਸੀ ਕਿ ਉਹ ਸਾਰਾ ਦਿਨ ਬਾਹਰ ਕੀ ਕਰਦੀ ਹੈ ਅਤੇ ਕਿੱਥੇ ਜਾਂਦੀ ਹੈ। ਸ਼ਾਮ ਨੂੰ ਜਦੋਂ ਘਰ ਆਉਂਦੀ ਤਾਂ ਖਾਣਾ ਨਾਲ ਲੈ ਕੇ ਆਉਂਦੀ। ਮੈਂ ਮੰਮੀ ਨੂੰ ਪੁੱਛਦੀ ਕਿ ਮੰਮੀ ਸਾਰਾ ਦਿਨ ਤੁਸੀਂ ਕਿੱਥੇ ਰਹਿੰਦੇ ਹੋ, ਤਾਂ ਮੰਮੀ ਕਹਿੰਦੀ ਮੈਂ ਕੰਮ ਕਰਨ ਜਾਂਦੀ ਹਾਂ। ਮੈਂ ਹੁਣ ਵੱਡੀ ਹੋ ਰਹੀ ਸੀ, ਇਸ ਲਈ ਮੈਨੂੰ ਲੋਕਾਂ ਦੀਆਂ ਗੱਲਾਂ ਬਹੁਤ ਬੁਰੀਆਂ ਲੱਗਦੀਆਂ ਸਨ। ਮੁਹੱਲੇ ਵਾਲੀਆਂ ਔਰਤਾਂ ਮੰਮੀ ਨੂੰ ਦੇਖ ਕੇ ਅਜੀਬ ਗੱਲਾਂ ਕਰਦੀਆਂ ਸਨ। ਮੈਂ ਮੰਮੀ ਨੂੰ ਪੁੱਛਦੀ ਤਾਂ ਉਹ ਕਹਿੰਦੀ, ਲੋਕਾਂ ਦੀਆਂ ਗੱਲਾਂ ਤੇ ਧਿਆਨ ਨਾ ਦਿਆ ਕਰ। ਇੱਕ ਦਿਨ ਮੈਂ ਸਕੂਲ ਜਾ ਰਹੀ ਸੀ ਕਿ ਮੈਂ ਰਸਤੇ ਵਿੱਚ ਮੰਮੀ ਨੂੰ ਦੇਖਿਆ। ਉਹ ਇੱਕ ਕੋਠੀ ਦੇ ਅੰਦਰ ਜਾ ਰਹੀ ਸੀ। ਮੈਨੂੰ ਸ਼ੱਕ ਹੋਇਆ ਤਾਂ ਮੈਂ ਵੀ ਮੰਮੀ ਨੂੰ ਆਵਾਜ਼ਾਂ ਮਾਰਦੇ ਹੋਈ ਅੰਦਰ ਚਲੀ ਗਈ। ਉਹ ਬਹੁਤ ਸੋਹਣਾ ਘਰ ਸੀ।
ਮੈਂ ਮੰਮੀ ਨੂੰ ਇੱਥੇ ਹੀ ਆਉਂਦੇ ਦੇਖਿਆ ਸੀ, ਇਸ ਲਈ ਬਿਨਾਂ ਸੋਚੇ ਸਮਝੇ ਉਸਦੇ ਪਿੱਛੇ ਅੰਦਰ ਚਲੀ ਗਈ। ਅਚਾਨਕ ਇੱਕ ਕਮਰੇ ਵਿੱਚੋਂ ਮੇਰੀ ਮੰਮੀ ਬਾਹਰ ਨਿਕਲੀ। ਮੈਨੂੰ ਇਸ ਤਰ੍ਹਾਂ ਘਰ ਵਿੱਚ ਫਿਰਦਾ ਦੇਖ ਕੇ ਉਹਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ। ਉਹਨਾਂ ਨੇ ਮੇਰਾ ਹੱਥ ਫੜਿਆ ਅਤੇ ਮੈਨੂੰ ਖਿੱਚਦੇ ਹੋਏ ਘਰ ਤੋਂ ਬਾਹਰ ਲੈ ਆਈ। ਮੈਨੂੰ ਗੁੱਸੇ ਨਾਲ ਝਿੜਕਦੇ ਹੋਏ ਮੰਮੀ ਨੇ ਕਿਹਾ, ਤੂੰ ਅੰਦਰ ਕਿਵੇਂ ਆਈ? ਕੀ ਤੂੰ ਮੇਰਾ ਪਿੱਛਾ ਕਰ ਰਹੀ ਸੀ? ਮੈਂ ਰੋਂਦੇ ਹੋਏ ਕਿਹਾ, ਮੰਮੀ ਮੈਂ ਤਾਂ ਸਕੂਲ ਤੋਂ ਵਾਪਸ ਆ ਰਹੀ ਸੀ, ਰਸਤੇ ਵਿੱਚ ਤੁਹਾਨੂੰ ਦੇਖਿਆ, ਇਸ ਲਈ ਤੁਹਾਨੂੰ ਆਵਾਜ਼ਾਂ ਮਾਰਦੀ ਹੋਈ ਪਿੱਛੇ ਆ ਗਈ। ਮੰਮੀ ਨੇ ਗੁੱਸੇ ਵਿੱਚ ਕਿਹਾ, ਖਬਰਦਾਰ, ਅੱਜ ਤੋਂ ਬਾਅਦ ਤੂੰ ਜੇਕਰ ਮੈਨੂੰ ਰਸਤੇ ਵਿੱਚ ਕਿਤੇ ਵੀ ਦੇਖੇ ਅਤੇ ਜੇਕਰ ਮੈਨੂੰ ਦੇਖ ਵੀ ਲਿਆ ਤਾਂ ਮੈਨੂੰ ਆਵਾਜ਼ਾਂ ਨਹੀਂ ਮਾਰੇਂਗੀ ਅਤੇ ਨਾ ਹੀ ਮੇਰੇ ਪਿੱਛੇ ਆਵੇਂਗੀ। ਉਹ ਮੇਰਾ ਘਰ ਨਹੀਂ, ਮੇਰੇ ਮਾਲਕਾਂ ਦਾ ਹੈ। ਮੈਂ ਉੱਥੇ ਕੰਮ ਕਰਨ ਜਾਂਦੀ ਹਾਂ। ਮੇਰੀ ਉਮਰ ਹੁਣ 13 ਸਾਲ ਦੀ ਹੋ ਗਈ ਹੈ ਅਤੇ ਮੰਮੀ ਹਲੇ ਤੱਕ ਮੈਨੂੰ ਬੱਚੀ ਹੀ ਸਮਝਦੀ ਸੀ। ਅਗਲੇ 2 ਸਾਲਾਂ ਵਿੱਚ ਮੈਂ ਇੱਕਦਮ ਹੀ ਵੱਡੀ ਦਿਖਣ ਲੱਗੀ ਸੀ। 15 ਸਾਲ ਦੀ ਹੋਣ ਤੱਕ ਮੇਰਾ ਕੱਦ ਕਾਠ ਬਹੁਤ ਵਧੀਆ ਹੋ ਗਿਆ ਸੀ ਅਤੇ ਦੇਖਣ ਨੂੰ ਮੈਂ ਬਹੁਤ ਵੱਡੀ ਲੱਗਦੀ ਸੀ। ਇਸ ਲਈ ਮੈਂ ਹੁਣ ਘਰ ਤੋਂ ਬਾਹਰ ਘੱਟ ਹੀ ਨਿਕਲਦੀ ਸੀ। ਉਸ ਫਕੀਰ ਦਾ ਸਾਡੀ ਗਲੀ ਵਿੱਚ ਆਉਣਾ ਜਾਣਾ ਮੈਂ ਹੀ ਨੋਟਿਸ ਕੀਤਾ ਸੀ। ਮੈਂ ਅਤੇ ਮੰਮੀ ਬਾਜ਼ਾਰ ਤੋਂ ਆ ਰਹੇ ਸੀ ਜਦੋਂ ਉਸ ਫਕੀਰ ਨੇ ਰਸਤੇ ਵਿੱਚ ਕੁਝ ਖਾਣ ਨੂੰ ਮੰਗਿਆ। ਉਸ ਵੇਲੇ ਮੰਮੀ ਦੇ ਹੱਥ ਵਿੱਚ ਜਿੰਨੇ ਪੈਸੇ ਸਨ ਉਹਨਾਂ ਨੇ ਉਸ ਫਕੀਰ ਨੂੰ ਦੇ ਦਿੱਤੇ। ਬਦਲੇ ਵਿੱਚ ਉਸ ਫਕੀਰ ਨੇ ਮੰਮੀ ਨੂੰ ਪੁੱਤਰ ਹੋਣ ਦੀਆਂ ਦੁਆਵਾਂ ਦਿੱਤੀਆਂ, ਜਿਸ ਨੂੰ ਸੁਣ ਕੇ ਤਾਂ ਮੈਂ ਹੱਸ ਪਈ, ਪਰ ਮੰਮੀ ਤਾਂ ਇੰਜ ਖੁਸ਼ ਹੋ ਗਈ ਜਿਵੇਂ ਉਹਨਾਂ ਨੂੰ ਸਾਰੀ ਦੁਨੀਆ ਦੀ ਦੌਲਤ ਮਿਲ ਗਈ ਹੋਵੇ। ਜਿਵੇਂ ਹੀ ਉਸ ਫਕੀਰ ਨੂੰ ਪਤਾ ਚੱਲਿਆ ਕਿ ਪੁੱਤਰ ਦੀ ਦੁਆ ਤੋਂ ਖੁਸ਼ ਹੋ ਕੇ ਉਸ ਔਰਤ ਨੇ ਪੈਸੇ ਦਿੱਤੇ ਹਨ ਤਾਂ ਉਸਨੇ ਰੋਜ਼ ਸਾਡੀ ਗਲੀ ਵਿੱਚ ਆਉਣਾ ਜਾਣਾ ਸ਼ੁਰੂ ਕਰ ਦਿੱਤਾ। ਉਹ ਉੱਚੀਆਂ ਆਵਾਜ਼ਾਂ ਵਿੱਚ ਦੁਆਵਾਂ ਦਿੰਦਾ ਰਹਿੰਦਾ। ਮੰਮੀ ਰੋਜ਼ ਭੱਜ ਕੇ ਜਾਂਦੀ ਅਤੇ ਆਪਣੇ ਹਿੱਸੇ ਦੀ ਰੋਟੀ ਉਸਨੂੰ ਦੇ ਦਿੰਦੀ। ਮੈਂ ਕਹਿੰਦੀ, ਮੰਮੀ ਪਾਪਾ ਨੂੰ ਮਰੇ ਤਾਂ 10-12 ਸਾਲ ਹੋ ਗਏ ਹਨ, ਤੈਨੂੰ ਮੁੰਡਾ ਕਿਵੇਂ ਹੋ ਸਕਦਾ ਹੈ? ਪਰ ਮੰਮੀ ਤਾਂ ਰੋਜ਼ ਇਸੇ ਦੁਆ ਦਾ ਇੰਤਜ਼ਾਰ ਕਰਦੀ ਰਹਿੰਦੀ। ਮੈਂ ਹੁਣ 10ਵੀਂ ਪਾਸ ਕਰ ਲਈ ਸੀ ਅਤੇ ਇੱਕ ਹਸਪਤਾਲ ਵਿੱਚ ਰਿਸੈਪਸ਼ਨ ਤੇ ਨੌਕਰੀ ਕਰਨ ਲੱਗੀ ਸੀ ਤਾਂ ਜੋ ਹੁਣ ਮੰਮੀ ਨੂੰ ਦੂਜਿਆਂ ਦੇ ਘਰ ਵਿੱਚ ਕੰਮ ਨਾ ਕਰਨਾ ਪਵੇ। ਇੱਕ ਦਿਨ ਮੈਂ ਹਸਪਤਾਲ ਵਿੱਚ ਮੰਮੀ ਨੂੰ ਦੇਖ ਕੇ ਬਹੁਤ ਹੈਰਾਨ ਹੋਈ। ਮੈਂ ਡਾਕਟਰ ਨੂੰ ਪੁੱਛਿਆ ਕਿ ਇਹ ਔਰਤ ਕੀ ਕਰਨ ਆਈ ਸੀ ਤਾਂ ਡਾਕਟਰ ਕਹਿਣ ਲੱਗਿਆ ਕਿ ਇਹ ਔਰਤ ਅਲਟਰਾਸਾਊਂਡ ਕਰਵਾਉਣ ਲਈ ਆਈ ਸੀ। ਇਹ ਸੁਣ ਕੇ ਤਾਂ ਮੈਂ ਉਲਝਣ ਵਿੱਚ ਪੈ ਗਈ। ਮੈਨੂੰ ਬਹੁਤ ਗੁੱਸਾ ਆ ਰਿਹਾ ਸੀ। ਮੰਮੀ ਨੂੰ ਕੀ ਹੋ ਗਿਆ ਸੀ ਜੋ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੀ ਸੀ? ਮੰਮੀ ਆਪਣਾ ਕਮਰਾ ਵੀ ਹਰ ਵੇਲੇ ਬੰਦ ਕਰਕੇ ਹੀ ਰੱਖਦੀ ਸੀ, ਇੱਥੋਂ ਤੱਕ ਕਿ ਮੈਨੂੰ ਵੀ ਅੰਦਰ ਨਹੀਂ ਆਉਣ ਦਿੰਦੀ ਸੀ। ਜੇਕਰ ਮੈਂ ਕੁਝ ਕਹਿੰਦੀ ਤਾਂ ਉਲਟਾ ਮੈਨੂੰ ਵੀ ਝਿੜਕ ਦਿੰਦੀ। ਫਕੀਰ ਦੇ ਆਉਣ ਤੇ ਭੱਜੀ ਜਾਂਦੀ। ਪੁੱਤਰ ਦੀ ਦੁਆ ਮਿਲਣ ਤੇ ਖੁਸ਼ ਹੋ ਜਾਂਦੀ, ਜਿਵੇਂ ਸੱਚਮੁੱਚ ਹੀ ਉਸਨੂੰ ਪੁੱਤਰ ਮਿਲ ਜਾਵੇਗਾ। ਅਤੇ ਹੁਣ ਹਸਪਤਾਲ ਵਿੱਚ ਅਲਟਰਾਸਾਊਂਡ ਕਰਵਾਉਣ ਆਉਣ ਦਾ ਕੀ ਮਤਲਬ ਸੀ? ਇੱਕ ਵਾਰ ਮੇਰੇ ਦਿਮਾਗ ਵਿੱਚ ਇਹ ਆਇਆ ਕਿ ਕਿਤੇ ਮੰਮੀ ਸੱਚਮੁੱਚ ਹੀ ਤਾਂ ਨਹੀਂ। ਪਰ ਇਹ ਕਿਵੇਂ ਹੋ ਸਕਦਾ ਸੀ? ਮੁੰਡਾ ਤਾਂ ਹੀ ਪੈਦਾ ਹੋਵੇਗਾ ਨਾ, ਜਾਂ ਤਾਂ ਪਾਪਾ ਹੁੰਦੇ ਜਾਂ ਫਿਰ ਮੰਮੀ ਨੇ ਦੂਜਾ ਵਿਆਹ ਕੀਤਾ ਹੁੰਦਾ। ਜੇਕਰ ਮੰਮੀ ਚਾਹੁੰਦੀ ਤਾਂ ਵਿਆਹ ਕਰ ਸਕਦੀ ਸੀ। ਪਾਪਾ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਰੋਕਣ ਵਾਲਾ ਕੌਣ ਸੀ? ਮੈਂ ਫਟਾਫਟ ਆਪਣੇ ਅੰਦਰ ਦੀ ਗੰਦੀ ਸੋਚ ਨੂੰ ਦੂਰ ਕੀਤਾ, ਪਰ ਮੰਮੀ ਰੋਜ਼ ਅਲਟਰਾਸਾਊਂਡ ਕਰਵਾਉਣ ਲਈ ਹਸਪਤਾਲ ਵਿੱਚ ਆ ਜਾਂਦੀ। ਮੈਂ ਤਾਂ ਸ਼ਰਮ ਦੇ ਮਾਰੇ ਕਿਸੇ ਨੂੰ ਦੱਸਦੀ ਹੀ ਨਹੀਂ ਸੀ ਕਿ ਇਹ ਮੇਰੀ ਮਾਂ ਹੈ। ਮੇਰੀ ਸਮਝ ਵਿੱਚ ਬਿਲਕੁਲ ਵੀ ਨਹੀਂ ਆ ਰਿਹਾ ਸੀ ਕਿ ਮੰਮੀ ਕੀ ਚਾਹੁੰਦੀ ਹੈ। ਇਹ ਸਭ ਕਰਕੇ ਉਹ ਆਪਣਾ ਮਜ਼ਾਕ ਬਣਵਾ ਰਹੀ ਹੈ। ਡਾਕਟਰ ਵੀ ਹੱਸਦੀ ਸੀ ਕਿ ਅਜੀਬ ਔਰਤ ਹੈ, ਰੋਜ਼ ਅਲਟਰਾਸਾਊਂਡ ਕਰਵਾਉਣ ਆ ਜਾਂਦੀ ਹੈ। ਮੈਂ ਸੋਚਿਆ ਕਿ ਮੰਮੀ ਨਾਲ ਸਾਫ਼ ਅਤੇ ਸਿੱਧੀ ਗੱਲ ਕਰਨੀ ਪਵੇਗੀ, ਇਸ ਤਰ੍ਹਾਂ ਤਾਂ ਉਹ ਆਪਣਾ ਤਮਾਸ਼ਾ ਬਣਾ ਰਹੀ ਹੈ। ਮੈਂ ਘਰ ਜਾ ਕੇ ਮੰਮੀ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਅਤੇ ਕਿਹਾ, ਮੰਮੀ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਹੈ। ਮੰਮੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਅੰਦਰ ਤੋਂ ਹੀ ਬੋਲੀ, ਹਾਲੇ ਕਮਰੇ ਵਿੱਚ ਜਾ ਕੇ ਲੇਟ ਜਾ, ਰਾਤ ਹੋ ਰਹੀ ਹੈ, ਸਵੇਰੇ ਗੱਲ ਕਰਾਂਗੇ। ਮੈਂ ਕਿਹਾ, ਤੁਸੀਂ ਦਰਵਾਜ਼ਾ ਤਾਂ ਖੋਲੋ, ਸਿਰਫ 2 ਮਿੰਟ ਦੀ ਗੱਲ ਹੈ। ਮੰਮੀ ਨੇ ਦਰਵਾਜ਼ੇ ਵਿੱਚੋਂ ਮੂੰਹ ਕੱਢ ਕੇ ਪੁੱਛਿਆ, ਹਾਂ ਬੋਲ, ਕੀ ਗੱਲ ਕਰਨੀ ਹੈ? ਮੈਂ ਕਿਹਾ, ਮੰਮੀ ਕਿ ਤੁਹਾਡੇ ਕਮਰੇ ਵਿੱਚ ਕੋਈ ਹੈ। ਇਹ ਸੁਣ ਕੇ ਮੰਮੀ ਘਬਰਾ ਗਈ ਅਤੇ ਕਹਿਣ ਲੱਗੀ, ਨਹੀਂ ਤਾਂ ਕਮਰੇ ਵਿੱਚ ਕੌਣ ਹੋਵੇਗਾ? ਆਜਾ ਅੰਦਰ ਆ ਕੇ ਗੱਲ ਕਰ ਲੈ। ਮੈਂ ਮੰਮੀ ਦੇ ਕਮਰੇ ਵਿੱਚ ਚਲੀ ਗਈ। ਮੈਂ ਹਰ ਪਾਸੇ ਵੱਲ ਵੇਖਿਆ ਪਰ ਮੈਨੂੰ ਕੋਈ ਨਜ਼ਰ ਨਹੀਂ ਆਇਆ। ਮੈਂ ਬਿਲਕੁਲ ਆਰਾਮ ਨਾਲ ਮੰਮੀ ਨੂੰ ਪੁੱਛਿਆ, ਮੰਮੀ ਰੋਜ਼ ਫਕੀਰ ਜਦੋਂ ਤੁਹਾਨੂੰ ਬੇਟੀ ਦੀ ਦੁਆ ਦਿੰਦਾ ਹੈ ਤਾਂ ਤੁਸੀਂ ਉਸਨੂੰ ਦੱਸਦੇ ਕਿਉਂ ਨਹੀਂ ਕਿ ਤੁਸੀਂ ਵਿਧਵਾ ਹੋ? ਮੰਮੀ ਕੁਝ ਦੇਰ ਤਾਂ ਬਿਲਕੁਲ ਚੁੱਪ ਰਹੀ, ਫਿਰ ਕਹਿਣ ਲੱਗੀ, ਉਹ ਵਿਚਾਰਾ ਦੁਆ ਦਿੰਦਾ ਹੈ ਤਾਂ ਦੇਣ ਦੇ, ਤੇਰਾ ਕੀ ਜਾਂਦਾ ਹੈ? ਮੈਂ ਫਿਰ ਮੰਮੀ ਨੂੰ ਪੁੱਛਿਆ, ਮੰਮੀ ਤੁਸੀਂ ਆਪਣੇ ਕਮਰੇ ਵਿੱਚ ਮੈਨੂੰ ਕਿਉਂ ਨਹੀਂ ਆਉਣ ਦਿੰਦੇ? ਮੰਮੀ ਨੇ ਕਿਹਾ, ਹੁਣ ਤੂੰ ਮੇਰੇ ਕਮਰੇ ਵਿੱਚ ਹੀ ਤਾਂ ਬੈਠੀ ਹੈ, ਮੈਂ ਤੈਨੂੰ ਕਦੋਂ ਮਨਾ ਕੀਤਾ ਹੈ? ਮੰਮੀ ਕੋਲ ਜਿਵੇਂ ਹਰ ਸਵਾਲ ਦਾ ਜਵਾਬ ਸੀ, ਪਰ ਹੁਣ ਜੋ ਸਵਾਲ ਮੈਂ ਮੰਮੀ ਨੂੰ ਪੁੱਛਿਆ ਮੈਨੂੰ ਪੂਰਾ ਯਕੀਨ ਹੈ ਉਸ ਦਾ ਜਵਾਬ ਮੰਮੀ ਕੋਲ ਨਹੀਂ ਹੋਵੇਗਾ। ਮੈਂ ਕਿਹਾ, ਮੰਮੀ ਤੂੰ ਹਰ ਰੋਜ਼ ਹਸਪਤਾਲ ਵਿੱਚ ਅਲਟਰਾਸਾਊਂਡ ਕਿਉਂ ਕਰਵਾਉਣ ਜਾਂਦੀ ਹੈ? ਮੇਰਾ ਇਹ ਸਵਾਲ ਸੁਣ ਕੇ ਮੰਮੀ ਹੈਰਾਨ ਰਹਿ ਗਈ।
ਮੰਮੀ ਨੂੰ ਨਹੀਂ ਪਤਾ ਸੀ ਕਿ ਮੈਂ ਉਸੇ ਹਸਪਤਾਲ ਵਿੱਚ ਕੰਮ ਕਰਦੀ ਸੀ। ਇਸ ਤੋਂ ਪਹਿਲਾਂ ਕਿ ਮੰਮੀ ਮੇਰੇ ਸਵਾਲ ਦਾ ਜਵਾਬ ਦਿੰਦੀ, ਸਾਡੇ ਘਰ ਨਾਲ ਵਾਲੀ ਆਂਟੀ ਆ ਗਈ ਅਤੇ ਮੇਰੀ ਮੰਮੀ ਇਸ ਸਵਾਲ ਦੇ ਜਵਾਬ ਤੋਂ ਬਚ ਗਈ। ਉਹ ਆਂਟੀ 1-2 ਘੰਟੇ ਤੱਕ ਮੰਮੀ ਕੋਲ ਹੀ ਬੈਠੀ ਰਹੀ। ਮੈਂ ਸੋਚਿਆ ਕਿ ਮੰਮੀ ਨੂੰ ਕੱਲ ਫੇਰ ਪੁੱਛਾਂਗੀ ਕਿ ਉਹ ਹਰ ਰੋਜ਼ ਅਲਟਰਾਸਾਊਂਡ ਕਰਵਾਉਣ ਲਈ ਕਿਉਂ ਜਾਂਦੀ ਹੈ। ਅਗਲੇ ਦਿਨ ਰਾਤ ਦੇ 10 ਵੱਜ ਰਹੇ ਸਨ ਅਤੇ ਕਿਸੇ ਨੇ ਸਾਡਾ ਦਰਵਾਜ਼ਾ ਖੜਕਾਇਆ। ਰਾਤ ਨੂੰ ਦਰਵਾਜ਼ਾ ਖੋਲ੍ਹਣ ਲਈ ਮੰਮੀ ਨੇ ਮੈਨੂੰ ਮਨਾ ਕੀਤਾ ਹੋਇਆ ਸੀ। ਮੰਮੀ ਆਪ ਹੀ ਦਰਵਾਜ਼ਾ ਖੋਲ੍ਹਦੀ ਸੀ। ਮੰਮੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਗੁਆਂਢੀ ਦਾ ਬੱਚਾ ਖੜਾ ਸੀ। ਉਹ ਮੰਮੀ ਦਾ ਹੱਥ ਫੜ ਕੇ ਕਹਿਣ ਲੱਗਿਆ, ਆਂਟੀ ਮੇਰੀ ਮੰਮੀ ਦੀ ਤਬੀਅਤ ਬਹੁਤ ਖਰਾਬ ਹੋ ਗਈ ਹੈ, ਉਹ ਤੁਹਾਨੂੰ ਬੁਲਾ ਰਹੀ ਹੈ। ਉਹ ਮੰਮੀ ਦੀ ਪੱਕੀ ਸਹੇਲੀ ਸੀ, ਇਸ ਲਈ ਮੰਮੀ ਜਲਦੀ ਨਾਲ ਦਰਵਾਜ਼ੇ ਤੋਂ ਹੀ ਉਸਦੇ ਨਾਲ ਚਲੀ ਗਈ। ਮੰਮੀ ਜਾਂਦੇ ਜਾਂਦੇ ਕਹਿਣ ਲੱਗੀ, ਆਪਣੇ ਕਮਰੇ ਵਿੱਚ ਚਲੀ ਜਾ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਲੈ। ਪਰ ਮੈਂ ਪਤਾ ਨਹੀਂ ਕਿਉਂ ਆਪਣੇ ਕਮਰੇ ਵਿੱਚ ਜਾਣ ਦੀ ਬਜਾਏ ਮੰਮੀ ਦੇ ਕਮਰੇ ਵੱਲ ਆ ਗਈ ਅਤੇ ਮੰਮੀ ਦੇ ਬਿਸਤਰੇ ਤੇ ਲੇਟ ਗਈ ਅਤੇ ਇਹ ਮੇਰੀ ਸਭ ਤੋਂ ਵੱਡੀ ਗਲਤੀ ਸੀ। ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਮੰਮੀ ਸਮਝ ਕੇ ਕਿਸੇ ਨੇ ਅਚਾਨਕ ਮੰਮੀ ਦਾ ਨਾਮ ਲੈ ਕੇ ਮੇਰੇ ਉੱਪਰੋਂ ਕੰਬਲ ਹਟਾਇਆ ਅਤੇ ਮੇਰੀ ਚੀਕ ਨਿਕਲ ਗਈ। ਕਮਰੇ ਵਿੱਚ ਪੂਰਾ ਹਨੇਰਾ ਸੀ। ਮੈਂ ਜਲਦੀ ਨਾਲ ਉੱਠ ਕੇ ਕਮਰੇ ਵਿੱਚੋਂ ਬਾਹਰ ਨਿਕਲ ਆਈ। ਮੇਰੇ ਸਾਹ ਉੱਪਰ ਨੀਚੇ ਹੋ ਰਹੇ ਸਨ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣੇ ਮੇਰੇ ਨਾਲ ਕੀ ਹੋਇਆ ਸੀ। ਕਿਸੇ ਨੇ ਮੰਮੀ ਦੇ ਧੋਖੇ ਵਿੱਚ ਮੇਰੇ ਉੱਪਰੋਂ ਕੰਬਲ ਖਿੱਚਿਆ ਸੀ ਅਤੇ ਮੰਮੀ ਦਾ ਨਾਮ ਲਿਆ ਸੀ। ਮੈਂ ਡਰ ਕੇ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਈ। ਇੰਨੇ ਵਿੱਚ ਮੰਮੀ ਵੀ ਘਰ ਆ ਗਈ ਅਤੇ ਮੈਨੂੰ ਇਸ ਤਰ੍ਹਾਂ ਡਰਿਆ ਹੋਇਆ ਦੇਖ ਕੇ ਮੰਮੀ ਵੀ ਪਰੇਸ਼ਾਨ ਹੋ ਗਈ ਅਤੇ ਕਹਿਣ ਲੱਗੀ, ਕੀ ਹੋਇਆ? ਮੈਂ ਸਾਰੀ ਗੱਲ ਬੜੇ ਆਰਾਮ ਨਾਲ ਮੰਮੀ ਨੂੰ ਦੱਸੀ। ਮੰਮੀ ਨੇ ਕਿਹਾ, ਤੈਨੂੰ ਕੋਈ ਗਲਤਫਹਿਮੀ ਹੋ ਰਹੀ ਹੈ, ਕਮਰੇ ਵਿੱਚ ਕੋਈ ਨਹੀਂ ਹੈ। ਮੈਂ ਕਿਹਾ, ਮੰਮੀ ਪਰ ਕਮਰੇ ਵਿੱਚ ਕੋਈ ਸੀ, ਮੈਂ ਕਿਸੇ ਦੀ ਆਵਾਜ਼ ਸੁਣੀ ਸੀ। ਪਰ ਮੰਮੀ ਮੇਰੀ ਗੱਲ ਤੇ ਭਰੋਸਾ ਕਰਨ ਨੂੰ ਤਿਆਰ ਨਹੀਂ ਸੀ। ਮੈਂ ਆਪਣੇ ਕਮਰੇ ਵਿੱਚ ਚਲੀ ਗਈ। 1 ਮਿੰਟ ਬਾਅਦ ਮੰਮੀ ਨੇ ਮੈਨੂੰ ਆਵਾਜ਼ ਮਾਰਦੇ ਹੋਏ ਕਿਹਾ, ਆ ਜਾ, ਆ ਕੇ ਦੇਖ ਲੈ, ਕੋਈ ਨਹੀਂ ਹੈ ਇਸ ਕਮਰੇ ਵਿੱਚ। ਮੈਂ ਡਰਦੇ ਡਰਦੇ ਮੰਮੀ ਦੇ ਕਮਰੇ ਵਿੱਚ ਆ ਗਈ ਅਤੇ ਇੱਧਰ ਉੱਧਰ ਦੇਖਣ ਲੱਗੀ। ਸੱਚਮੁੱਚ ਹੀ ਮੰਮੀ ਦੇ ਕਮਰੇ ਵਿੱਚ ਕੋਈ ਨਹੀਂ ਸੀ। ਮੰਮੀ ਨੇ ਕਿਹਾ, ਬਸ ਦੇਖ ਲਿਆ, ਮੈਂ ਤੈਨੂੰ ਕਿਹਾ ਸੀ ਨਾ ਇੱਥੇ ਕੋਈ ਨਹੀਂ ਹੈ, ਇਹ ਸਭ ਤੇਰਾ ਵਹਿਮ ਸੀ। ਪਰ ਮੇਰਾ ਦਿਮਾਗ ਇਹ ਸਭ ਮੰਨਣ ਨੂੰ ਬਿਲਕੁਲ ਵੀ ਤਿਆਰ ਨਹੀਂ ਸੀ। ਮੇਰੇ ਨਾਲ ਉਹ ਸਭ ਹਕੀਕਤ ਵਿੱਚ ਹੋਇਆ ਸੀ। ਮੈਂ ਸੋਚਿਆ ਮੰਮੀ ਨੂੰ ਦੱਸਣ ਦਾ ਕੋਈ ਫਾਇਦਾ ਨਹੀਂ ਹੈ। ਮੈਂ ਆਪਣੇ ਕਮਰੇ ਵਿੱਚ ਸੌਣ ਲਈ ਚਲੀ ਗਈ। ਮੈਂ ਸੋਚਾਂ ਵਿੱਚ ਪੈ ਗਈ ਕਿ ਕਿਤੇ ਮੰਮੀ ਦੇ ਕਮਰੇ ਵਿੱਚ ਕੋਈ ਜਿੰਨ ਭੂਤ ਤਾਂ ਨਹੀਂ ਹੈ, ਕਿਉਂਕਿ ਮੈਨੂੰ ਬਹੁਤ ਦਿਨਾਂ ਤੋਂ ਲੱਗ ਰਿਹਾ ਸੀ ਕਿ ਮੰਮੀ ਦੇ ਕਮਰੇ ਵਿੱਚ ਕੋਈ ਨਾ ਕੋਈ ਹੈ। ਮੈਨੂੰ ਮਹਿਸੂਸ ਹੋ ਰਿਹਾ ਸੀ। ਮੈਂ ਹੁਣ ਰੋਜ਼ ਸਵੇਰੇ 7 ਵਜੇ ਘਰ ਤੋਂ ਜਾਂਦੀ ਅਤੇ ਰਾਤ 7 ਵਜੇ ਘਰ ਆਉਂਦੀ ਸੀ। ਮੈਂ ਹੁਣ ਮੰਮੀ ਨੂੰ ਕਹਿ ਦਿੱਤਾ ਸੀ ਕਿ ਉਹ ਨੌਕਰੀ ਨਹੀਂ ਕਰੇਗੀ, ਇਸ ਲਈ ਉਹ ਘਰ ਵਿੱਚ ਹੀ ਰਹਿੰਦੀ ਸੀ। ਇੱਕ ਦਿਨ ਜਦੋਂ ਮੈਂ ਹਸਪਤਾਲ ਜਾਣ ਲਈ ਬਾਹਰ ਨਿਕਲੀ ਤਾਂ ਮੁਹੱਲੇ ਦੀ ਇੱਕ ਕੁੜੀ ਮਿਲ ਗਈ ਜੋ ਮੈਨੂੰ ਕਹਿਣ ਲੱਗੀ ਕਿ ਤੈਨੂੰ ਕੁਝ ਖਬਰ ਵੀ ਹੈ, ਤੇਰੇ ਘਰ ਵਿੱਚ ਕੀ ਚੱਲ ਰਿਹਾ ਹੈ। ਮੈਂ ਉਸ ਨੂੰ ਹੈਰਾਨ ਹੁੰਦੇ ਹੋਏ ਪੁੱਛਿਆ, ਕੀ ਮਤਲਬ ਹੈ ਇਸ ਗੱਲ ਦਾ, ਕੀ ਚੱਲ ਰਿਹਾ ਹੈ ਮੇਰੇ ਘਰ ਵਿੱਚ? ਉਹ ਕਹਿਣ ਲੱਗੀ, ਦੇਖ, ਬੁਰਾ ਨਾ ਮੰਨੀ, ਮੇਰਾ ਮਤਲਬ ਇਹ ਨਹੀਂ ਸੀ, ਸਿਰਫ ਸੱਚਾਈ ਤੈਨੂੰ ਦੱਸਣੀ ਸੀ। ਸਾਰਾ ਮੁਹੱਲਾ ਤੇਰੀ ਮੰਮੀ ਦੇ ਬਾਰੇ ਵਿੱਚ ਗੱਲਾਂ ਕਰ ਰਿਹਾ ਹੈ। ਮੈਂ ਬੇਚੈਨ ਹੁੰਦੇ ਹੋਏ ਪੁੱਛਿਆ, ਕਿਹੜੀਆਂ ਗੱਲਾਂ? ਉਹ ਕਹਿਣ ਲੱਗੀ ਕਿ ਇਹੀ, ਤੇਰੀ ਮੰਮੀ ਨੇ ਵਿਆਹ ਕਰ ਲਿਆ ਹੈ। ਇਹ ਗੱਲ ਸੁਣ ਕੇ ਤਾਂ ਮੈਂ ਚੁੱਪ ਹੋ ਗਈ। ਹੁਣ ਮੈਂ ਉਸਨੂੰ ਕੀ ਦੱਸਦੀ ਕਿ ਕੱਲ ਰਾਤ ਦੇ ਬਾਅਦ ਤਾਂ ਮੇਰੇ ਦਿਮਾਗ ਵਿੱਚ ਵੀ ਸ਼ੱਕ ਹੋ ਰਿਹਾ ਸੀ। ਮੈਂ ਉਸ ਕੁੜੀ ਨੂੰ ਮੁਸਕਰਾਉਂਦੇ ਹੋਏ ਕਿਹਾ, ਫਿਲਹਾਲ ਤਾਂ ਅਜਿਹੀ ਕੋਈ ਗੱਲ ਨਹੀਂ ਹੈ। ਮੈਂ ਤਾਂ ਮੰਮੀ ਨੂੰ ਕਹਿੰਦੀ ਰਹਿੰਦੀ ਹਾਂ ਕਿ ਵਿਆਹ ਕਰ ਲਵੋ, ਪਰ ਉਹ ਮੰਨਦੀ ਹੀ ਨਹੀਂ। ਉਸ ਕੁੜੀ ਨੂੰ ਤਾਂ ਮੈਂ ਜਿਵੇਂ ਤਿਵੇਂ ਤਸੱਲੀ ਕਰਵਾ ਦਿੱਤੀ, ਪਰ ਮੈਂ ਅੰਦਰ ਹੀ ਅੰਦਰ ਬੁਰੀ ਤਰ੍ਹਾਂ ਉਲਝ ਕੇ ਰਹਿ ਗਈ ਸੀ। ਲੋਕਾਂ ਦੀ ਜ਼ੁਬਾਨ ਨੂੰ ਤਾਂ ਅਸੀਂ ਫੜ ਨਹੀਂ ਸਕਦੇ, ਉਹ ਤਾਂ ਗੱਲਾਂ ਕਰਨਗੇ। ਗੱਲ ਭਾਵੇਂ ਛੋਟੀ ਹੀ ਹੋਵੇ, ਲੋਕ ਤਾਂ ਰਾਈ ਦਾ ਪਹਾੜ ਬਣਾ ਲੈਂਦੇ ਹਨ। ਮੈਂ ਮਨ ਹੀ ਮਨ ਵਿੱਚ ਸੋਚਿਆ ਕਿ ਇਸ ਵਾਰ ਕੁਝ ਅਜਿਹਾ ਕਰਾਂਗੀ ਜਿਸ ਨਾਲ ਮੰਮੀ ਮੈਨੂੰ ਸੱਚ ਦੱਸਣ ਲਈ ਮਜਬੂਰ ਹੋ ਜਾਵੇ। ਅਗਲੇ ਦਿਨ ਰੋਜ਼ ਦੀ ਤਰ੍ਹਾਂ ਮੰਮੀ ਉਸ ਫਕੀਰ ਨੂੰ ਰੋਟੀ ਦੇਣ ਲਈ ਬਾਹਰ ਨਿਕਲੀ ਤਾਂ ਮੈਂ ਵੀ ਉਹਨਾਂ ਦੀਆਂ ਗੱਲਾਂ ਸੁਣਨ ਲੱਗੀ। ਮੰਮੀ ਉਸ ਫਕੀਰ ਨੂੰ ਕਹਿ ਰਹੀ ਸੀ ਕਿ ਬਾਬਾ ਜੀ, ਹਲੇ ਤੱਕ ਬੇਟੇ ਦੀ ਖਬਰ ਨਹੀਂ ਮਿਲੀ। ਉਹ ਟੌਂਗੀ ਬਾਬਾ ਕਹਿਣ ਲੱਗਿਆ, ਮਿਲ ਜਾਏਗੀ ਬੱਚੀ, ਮਿਲ ਜਾਏਗੀ, ਅੱਜ ਹੀ ਟੈਸਟ ਕਰਵਾ। ਮੈਂ ਉਸ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਈ। ਅਸਲ ਵਿੱਚ ਮੈਂ ਹੀ ਉਸ ਫਕੀਰ ਨੂੰ ਕਿਹਾ ਸੀ ਕਿ ਮੇਰੀ ਮੰਮੀ ਨੂੰ ਕਹੇ। ਮੈਨੂੰ ਪਤਾ ਸੀ ਕਿ ਮੰਮੀ ਉਸ ਬਾਬੇ ਦੀ ਗੱਲ ਸੁਣ ਕੇ ਅਲਟਰਾਸਾਊਂਡ ਕਰਵਾਉਣ ਲਈ ਜ਼ਰੂਰ ਹਸਪਤਾਲ ਜਾਵੇਗੀ। ਮੈਂ ਡਾਕਟਰ ਨੂੰ ਵੀ ਆਪਣੀ ਮਦਦ ਲਈ ਤਿਆਰ ਕਰ ਲਿਆ ਅਤੇ ਡਾਕਟਰ ਨੂੰ ਵੀ ਮੰਮੀ ਨੂੰ ਝੂਠ ਬੋਲਣ ਲਈ ਕਹਿ ਦਿੱਤਾ ਕਿ ਉਹ ਮੰਮੀ ਨੂੰ ਕਹੇ ਕਿ ਉਹ ਬੇਟੇ ਦੀ ਮਾਂ ਬਣਨ ਵਾਲੀ ਹੈ। ਮੈਨੂੰ ਪਤਾ ਹੈ ਕਿ ਆਪਣੀ ਹੀ ਮਾਂ ਨੂੰ ਬੇਵਕੂਫ ਬਣਾਉਣਾ ਚੰਗੀ ਗੱਲ ਨਹੀਂ ਹੈ, ਪਰ ਰਾਜ ਜਾਣਨ ਲਈ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਸੀ। ਮੰਮੀ ਥੋੜੀ ਦੇਰ ਬਾਅਦ ਹਸਪਤਾਲ ਚਲੀ ਗਈ ਅਤੇ ਮੈਂ ਘਰ ਵਿੱਚ ਹੀ ਰੁਕ ਗਈ। ਮੈਂ ਆਪਣੇ ਪਲਾਨ ਨੂੰ ਪੂਰਾ ਕਰਨ ਲਈ ਕੰਮ ਤੋਂ ਛੁੱਟੀ ਲੈ ਲਈ ਸੀ। ਤਕਰੀਬਨ 2 ਘੰਟੇ ਬਾਅਦ ਮੰਮੀ ਹਸਪਤਾਲ ਤੋਂ ਘਰ ਵਾਪਸ ਆਈ।
ਉਹ ਬਹੁਤ ਖੁਸ਼ ਲੱਗ ਰਹੀ ਸੀ। ਮੰਮੀ ਨੂੰ ਘਰ ਆਉਂਦੇ ਹੀ ਮੈਂ ਕਿਹਾ, ਤੁਹਾਡੇ ਕਮਰੇ ਵਿੱਚ ਕਿਸੇ ਭੂਤ ਜਾਂ ਆਤਮਾ ਦਾ ਸਾਇਆ ਹੈ। ਇਹ ਸਭ ਕਰਨ ਲਈ ਮੈਨੂੰ ਪੀਰ ਬਾਬੇ ਨੇ ਕਿਹਾ ਸੀ। ਮੈਂ ਮੰਮੀ ਨੂੰ ਦਿਖਾਉਣ ਲਈ ਜਿਸ ਥੋੜੀ ਜਿਹੀ ਜਗ੍ਹਾ ਤੇ ਪੈਟਰੋਲ ਸੁੱਟਿਆ ਸੀ, ਉੱਥੇ ਜਿਵੇਂ ਹੀ ਮਾਚਿਸ ਦੀ ਤਿੱਲੀ ਜਲਾ ਕੇ ਸੁੱਟੀ ਤਾਂ ਮੰਮੀ ਬਦਹਵਾਸ ਹੋ ਕੇ ਅਲਮਾਰੀ ਵੱਲ ਭੱਜੀ ਅਤੇ ਅਲਮਾਰੀ ਨੂੰ ਫਟਾਫਟ ਇੱਕ ਪਾਸੇ ਕੀਤਾ। ਅਲਮਾਰੀ ਨੂੰ ਇੱਕ ਪਾਸੇ ਹਟਾਉਣ ਨਾਲ ਜੋ ਨਜ਼ਾਰਾ ਮੈਂ ਦੇਖਿਆ, ਉਸ ਨੂੰ ਦੇਖ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ। ਅਲਮਾਰੀ ਦੇ ਪਿੱਛੇ ਇੱਕ ਕਮਰਾ ਸੀ। ਮੰਮੀ ਆਵਾਜ਼ ਮਾਰ ਕੇ ਬੋਲੀ, ਸੁਣੋ, ਬਾਹਰ ਆ ਜਾਓ, ਇਸ ਪਾਗਲ ਕੁੜੀ ਨੇ ਪੂਰੇ ਕਮਰੇ ਵਿੱਚ ਅੱਗ ਲਗਾ ਦਿੱਤੀ ਹੈ। ਮੈਂ ਮੰਮੀ ਦੀਆਂ ਹਰਕਤਾਂ ਨੂੰ ਹੈਰਾਨੀ ਨਾਲ ਦੇਖ ਰਹੀ ਸੀ। ਉਸ ਵੇਲੇ ਮੰਮੀ ਦਾ ਧਿਆਨ ਮੇਰੇ ਵੱਲ ਗਿਆ ਅਤੇ ਉਹਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ। ਅਲਮਾਰੀ ਦੇ ਪਿੱਛੇ ਬਣੇ ਕਮਰੇ ਵਿੱਚੋਂ ਇੱਕ ਆਦਮੀ ਬਾਹਰ ਨਿਕਲਿਆ। ਉਸ ਨੂੰ ਦੇਖ ਕੇ ਮੇਰੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਅਤੇ ਮੇਰੇ ਹੱਥ ਪੈਰ ਜਿਵੇਂ ਆਕੜ ਗਏ ਹੋਣ। ਮੇਰੇ ਸਿਰ ਤੇ ਜਿਵੇਂ ਆਸਮਾਨ ਡਿੱਗ ਗਿਆ ਹੋਵੇ ਅਤੇ ਮੇਰੇ ਮੂੰਹ ਵਿੱਚੋਂ ਬਿਨਾਂ ਰੁਕੇ ਚੀਕਾਂ ਨਿਕਲ ਰਹੀਆਂ ਹੋਣ। ਜਿਵੇਂ ਹੀ ਉਹ ਆਦਮੀ ਮੇਰੇ ਨੇੜੇ ਆਇਆ ਤਾਂ ਮੈਂ ਉਸ ਨੂੰ ਦੇਖ ਕੇ ਬੇਹੋਸ਼ ਹੋ ਗਈ। ਕੁਝ ਸਮੇਂ ਬਾਅਦ ਜਦੋਂ ਮੈਨੂੰ ਹੋਸ਼ ਆਇਆ ਤਾਂ ਉਹ ਆਦਮੀ ਮੇਰੇ ਸਾਹਮਣੇ ਖੜਾ ਸੀ। ਅਲਮਾਰੀ ਦੇ ਪਿੱਛੇ ਖੂਫੀਆ ਕਮਰੇ ਵਿੱਚੋਂ ਨਿਕਲਣ ਵਾਲਾ ਉਹ ਆਦਮੀ ਕੋਈ ਹੋਰ ਨਹੀਂ ਬਲਕਿ ਮੇਰਾ ਬਾਪ ਸੀ। 15 ਸਾਲਾਂ ਬਾਅਦ ਪਾਪਾ ਨੂੰ ਸਾਹਮਣੇ ਦੇਖਣਾ, ਉਹ ਵੀ ਇਸ ਤਰ੍ਹਾਂ ਦੇ ਹਾਲਾਤ ਵਿੱਚ, ਮੇਰੇ ਲਈ ਇੱਕ ਸੁਪਨੇ ਵਰਗਾ ਸੀ। ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ ਸੀ। ਵਾਕਈ ਇਹ ਆਦਮੀ ਜੋ ਮੇਰੇ ਸਾਹਮਣੇ ਖੜਾ ਹੈ, ਜਿਸ ਨੂੰ ਮਰੇ ਹੋਏ ਤਕਰੀਬਨ 15 ਸਾਲ ਹੋ ਚੁੱਕੇ ਹਨ, ਮੇਰੀ ਤਾਂ ਕੁਝ ਸਮਝ ਵਿੱਚ ਨਹੀਂ ਆ ਰਿਹਾ ਸੀ ਅਤੇ ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਸਨ। ਮੈਨੂੰ ਇਸ ਤਰ੍ਹਾਂ ਗੁੰਮਸੁੰਮ ਦੇਖ ਕੇ ਮੰਮੀ ਮੇਰੇ ਕੋਲ ਆਈ ਅਤੇ ਬੋਲੀ, ਮੈਂ ਜਾਣਦੀ ਹਾਂ ਕਿ ਅਸੀਂ ਤੈਨੂੰ ਧੋਖੇ ਵਿੱਚ ਰੱਖਿਆ ਅਤੇ ਤੇਰੇ ਤੋਂ ਬਹੁਤ ਕੁਝ ਲੁਕੋਇਆ ਹੈ। ਮੈਂ ਆਪਣੇ ਕੀਤੇ ਤੇ ਸ਼ਰਮਿੰਦਾ ਹਾਂ ਕਿ ਇਸ ਤਰ੍ਹਾਂ ਸੱਚ ਤੇਰੇ ਸਾਹਮਣੇ ਆਇਆ ਹੈ, ਨਹੀਂ ਤਾਂ ਮੈਂ ਤੈਨੂੰ ਦੱਸਣ ਹੀ ਵਾਲੀ ਸੀ। ਉਸ ਤੋਂ ਬਾਅਦ ਮੰਮੀ ਨੇ ਬੋਲਣਾ ਜਾਰੀ ਰੱਖਿਆ। ਹੋਇਆ ਕੁਝ ਇਸ ਤਰ੍ਹਾਂ ਸੀ, ਮੈਂ ਅਤੇ ਤੇਰੇ ਪਾਪਾ ਨੇ ਆਪਣੀ ਮਰਜ਼ੀ ਨਾਲ ਭੱਜ ਕੇ ਵਿਆਹ ਕਰਵਾਇਆ ਸੀ। ਅਸੀਂ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਸੀ, ਪਰ ਸਾਡੇ ਘਰ ਵਾਲੇ ਇਸ ਗੱਲ ਤੋਂ ਬਹੁਤ ਨਾਰਾਜ਼ ਸਨ। ਉਹ ਸਾਡਾ ਵਿਆਹ ਕਿਤੇ ਹੋਰ ਕਰਵਾਉਣਾ ਚਾਹੁੰਦੇ ਸਨ। ਇਸ ਲਈ ਅਸੀਂ ਦੋਵਾਂ ਨੇ ਘਰ ਵਾਲਿਆਂ ਦੇ ਖਿਲਾਫ ਭੱਜ ਕੇ ਵਿਆਹ ਕਰਵਾ ਲਿਆ। ਤੇਰੇ ਦਾਦਾ ਜੀ ਨੇ ਸਾਡਾ ਵਿਆਹ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਲਈ ਅਸੀਂ ਸਭ ਕੁਝ ਛੱਡ ਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਸ਼ਹਿਰ ਆ ਗਏ। ਤੇਰੇ ਪਾਪਾ ਕਈ ਵਾਰ ਆਪਣੇ ਮਾਂ-ਬਾਪ ਨੂੰ ਮਨਾਉਣ ਲਈ ਗਏ, ਪਰ ਉਹ ਬਹੁਤ ਸਖਤ ਮਿਜਾਜ਼ ਦੇ ਲੋਕ ਸਨ ਅਤੇ ਉਹਨਾਂ ਨੇ ਮੈਨੂੰ ਆਪਣੀ ਬਹੂ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਦਾ ਵੱਡਾ ਕਾਰਨ ਤੇਰੇ ਚਾਚਾ ਅਤੇ ਤਾਇਆ ਜੀ ਸਨ। ਉਹ ਨਹੀਂ ਚਾਹੁੰਦੇ ਸਨ ਕਿ ਮੈਂ ਉਸ ਘਰ ਦੀ ਅਤੇ ਉਸ ਹਵੇਲੀ ਦੀ ਬਹੂ ਬਣਾ। ਸਾਨੂੰ ਬੇਦਖਲ ਕਰਵਾਉਣ ਲਈ ਉਹ ਤੇਰੇ ਦਾਦਾ ਦਾਦੀ ਦੇ ਕੰਨ ਭਰਦੇ ਰਹਿੰਦੇ ਸਨ ਅਤੇ ਸਾਡੇ ਖਿਲਾਫ ਉਹਨਾਂ ਨੂੰ ਭੜਕਾਉਂਦੇ ਰਹਿੰਦੇ ਸਨ। ਇਹਨਾਂ ਦੇ ਖਾਨਦਾਨ ਵਿੱਚ ਇੱਕ ਰਿਵਾਜ ਸੀ ਕਿ ਜਾਇਦਾਦ ਵਿੱਚ ਸਿਰਫ ਮੁੰਡੇ ਨੂੰ ਹਿੱਸੇਦਾਰ ਬਣਾਇਆ ਜਾਂਦਾ ਸੀ। ਤੇਰੇ ਚਾਚਾ ਜੀ ਦੀਆਂ 2 ਕੁੜੀਆਂ ਸਨ ਅਤੇ ਤਾਇਆ ਜੀ ਕੋਲ ਵੀ ਇੱਕ ਕੁੜੀ ਸੀ। ਕਿਸੇ ਕੋਲ ਵੀ ਮੁੰਡਾ ਨਹੀਂ ਸੀ। ਬਾਰ-ਬਾਰ ਤੇਰੇ ਪਾਪਾ ਦੇ ਮਨਾਉਣ ਤੇ ਇੱਕ ਦਿਨ ਤੇਰੇ ਦਾਦਾ ਜੀ ਨੇ ਤੇਰੇ ਪਾਪਾ ਨੂੰ ਕਿਹਾ ਕਿ ਮੁੰਡਾ ਪੈਦਾ ਕਰ ਤਾਂ ਹੀ ਇਸ ਘਰ ਵਿੱਚ ਆਈ, ਮੈਂ ਉਸ ਦਿਨ ਤੈਨੂੰ ਮਾਫ ਕਰ ਦੇਵਾਂਗਾ। ਇਹ ਗੱਲ ਤੇਰੇ ਚਾਚਾ ਅਤੇ ਤਾਇਆ ਜੀ ਨੂੰ ਚੰਗੀ ਨਹੀਂ ਲੱਗੀ, ਕਿਉਂਕਿ ਇਸ ਤਰ੍ਹਾਂ ਜਾਇਦਾਦ ਦਾ ਹੱਕਦਾਰ ਸਾਡਾ ਪਰਿਵਾਰ ਬਣ ਜਾਂਦਾ। ਮੰਮੀ ਇੱਥੋਂ ਤੱਕ ਦੀ ਕਹਾਣੀ ਦੱਸ ਕੇ ਚੁੱਪ ਹੋ ਗਈ ਅਤੇ ਪਾਪਾ ਨੂੰ ਕਿਹਾ, ਅੱਗੇ ਤੁਸੀਂ ਦੱਸੋ ਕਿ ਕੀ ਹੋਇਆ। ਪਾਪਾ ਕਹਿਣ ਲੱਗੇ ਕਿ ਮੇਰੇ ਭਾਈਆਂ ਨੂੰ ਇਹ ਬਿਲਕੁਲ ਵੀ ਮਨਜ਼ੂਰ ਨਹੀਂ ਸੀ ਕਿ ਕਿਤੇ ਮੈਂ ਬੇਟਾ ਪੈਦਾ ਕਰਕੇ ਪਾਪਾ ਦੀ ਸਾਰੀ ਜਾਇਦਾਦ ਦਾ ਮਾਲਕ ਬਣ ਜਾਵਾਂ। ਉਹਨਾਂ ਨੇ ਮੇਰੇ ਖਿਲਾਫ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਮੈਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਲੱਗੇ, ਜਿਸ ਕਾਰਨ ਮੈਨੂੰ ਆਪਣੀ ਹੀ ਮੌਤ ਦਾ ਝੂਠਾ ਡਰਾਮਾ ਕਰਨਾ ਪਿਆ ਤਾਂ ਜੋ ਸਭ ਨੂੰ ਯਕੀਨ ਹੋ ਜਾਵੇ। ਮੇਰੇ ਸੰਸਕਾਰ ਤੇ ਮੇਰੇ ਦੋਨੋਂ ਭਾਈ ਆਏ ਸਨ। ਉਹਨਾਂ ਨੇ ਆਪਣੇ ਹੱਥਾਂ ਨਾਲ ਮੈਨੂੰ ਕਬਰ ਵਿੱਚ ਦੱਬਿਆ। ਉਹਨਾਂ ਦੇ ਜਾਂਦੇ ਹੀ ਤੁਰੰਤ ਤੇਰੀ ਮਾਂ ਨੇ ਮੈਨੂੰ ਉੱਥੋਂ ਬਾਹਰ ਕੱਢ ਲਿਆ ਅਤੇ ਅਸੀਂ ਉਹ ਮੁਹੱਲਾ ਛੱਡ ਕੇ ਕਿਸੇ ਦੂਜੇ ਮੁਹੱਲੇ ਵਿੱਚ ਆ ਗਏ, ਜਿੱਥੇ ਸਾਨੂੰ ਕੋਈ ਜਾਣਦਾ ਪਹਿਚਾਣਦਾ ਨਾ ਹੋਵੇ, ਤਾਂ ਜੋ ਕੋਈ ਤੈਨੂੰ ਅਤੇ ਤੇਰੀ ਮਾਂ ਨੂੰ ਨੁਕਸਾਨ ਨਾ ਪਹੁੰਚਾ ਸਕੇ। ਇਸ ਤਰ੍ਹਾਂ ਮੈਂ ਜਿਉਂਦੇ ਹੁੰਦੇ ਹੋਏ ਵੀ ਦੁਨੀਆ ਦੇ ਸਾਹਮਣੇ ਮਰ ਗਿਆ ਅਤੇ ਸਿਰਫ ਤੇਰੀ ਮਾਂ ਨੂੰ ਮਿਲਦਾ ਰਿਹਾ। ਅਸੀਂ ਚਾਹੁੰਦੇ ਸੀ ਕਿ ਸਾਡੇ ਇੱਕ ਮੁੰਡਾ ਹੋ ਜਾਵੇ। ਇੱਕ ਵਾਰ ਬੇਟੇ ਦੀ ਖੁਸ਼ੀ ਦੀ ਖਬਰ ਮਿਲ ਜਾਂਦੀ ਤਾਂ ਤੇਰੇ ਦਾਦਾ ਜੀ ਸਾਨੂੰ ਮਾਫ ਕਰ ਦਿੰਦੇ। ਤਾਂ ਮੰਮੀ ਨੇ ਕਿਹਾ, ਰੱਬ ਨੇ ਸਾਡੀ ਸੁਣ ਲਈ। ਮੈਂ ਹੁਣੇ ਅਲਟਰਾਸਾਊਂਡ ਕਰਵਾ ਕੇ ਆਈ ਹਾਂ ਅਤੇ ਮੈਂ ਇੱਕ ਬੇਟੇ ਦੀ ਮਾਂ ਬਣਨ ਵਾਲੀ ਹਾਂ। ਇਹ ਸੁਣ ਕੇ ਪਾਪਾ ਵੀ ਬਹੁਤ ਖੁਸ਼ ਹੋਏ। ਮੰਮੀ ਅਤੇ ਪਾਪਾ ਦੀ ਖੁਸ਼ੀ ਦੇਖ ਕੇ ਮੈਂ ਦਿਲ ਹੀ ਦਿਲ ਵਿੱਚ ਬਹੁਤ ਸ਼ਰਮਿੰਦਾ ਹੋਈ। ਜਦੋਂ ਅਗਲੇ ਦਿਨ ਮੈਂ ਸਵੇਰੇ ਹਸਪਤਾਲ ਡਿਊਟੀ ਤੇ ਗਈ ਤਾਂ ਡਾਕਟਰ, ਜਿਸ ਨੂੰ ਮੈਂ ਆਪਣੀ ਮੰਮੀ ਨੂੰ ਝੂਠ ਬੋਲਣ ਲਈ ਕਿਹਾ ਸੀ, ਮੇਰੇ ਕੋਲ ਆਏ ਅਤੇ ਕਹਿਣ ਲੱਗੀ ਕਿ ਮੈਂ ਕਿਸੇ ਕਾਰਨ ਕੱਲ੍ਹ ਡਿਊਟੀ ਤੇ ਨਹੀਂ ਆ ਸਕੀ ਅਤੇ ਤੇਰਾ ਕੰਮ ਨਹੀਂ ਕਰ ਸਕੀ। ਇਹ ਸੁਣਦੇ ਹੀ ਮੈਂ ਸੋਚ ਵਿੱਚ ਪੈ ਗਈ। ਤਾਂ ਫਿਰ ਕਿਸ ਡਾਕਟਰ ਨੇ ਮੰਮੀ ਨੂੰ ਚੈੱਕ ਕੀਤਾ ਸੀ ਅਤੇ ਖੋਜ ਖਬਰ ਕਰਨ ਤੇ ਮੈਨੂੰ ਪਤਾ ਚੱਲਿਆ ਕਿ ਮੇਰੀ ਮੰਮੀ ਸੱਚਮੁੱਚ ਹੀ ਬੇਟੇ ਦੀ ਮਾਂ ਬਣਨ ਵਾਲੀ ਸੀ।
ਮੈਂ ਉਸ ਵੇਲੇ ਦਿਲ ਹੀ ਦਿਲ ਵਿੱਚ ਰੱਬ ਦਾ ਸ਼ੁਕਰ ਅਦਾ ਕਰਨ ਲੱਗੀ। ਮੈਂ ਬਹੁਤ ਖੁਸ਼ ਸੀ ਅਤੇ ਘਰ ਜਾਂਦੇ ਹੋਏ ਮੈਂ ਮਿਠਾਈ ਲੈ ਕੇ ਗਈ, ਕਿਉਂਕਿ ਹੁਣ ਸਾਡੇ ਦਿਨ ਫਿਰਨ ਵਾਲੇ ਸਨ। ਜਿਵੇਂ ਹੀ ਮੇਰਾ ਭਾਈ ਪੈਦਾ ਹੋਇਆ, ਅਸੀਂ ਸਭ ਉਸ ਨੂੰ ਲੈ ਕੇ ਪਿੰਡ ਚਲੇ ਗਏ ਅਤੇ ਦਾਦਾ ਜੀ ਨੂੰ ਸਾਰੀ ਗੱਲ ਦੱਸੀ ਅਤੇ ਪਾਪਾ ਨੇ ਉਹਨਾਂ ਦੀ ਗੋਦ ਵਿੱਚ ਉਹਨਾਂ ਦਾ ਵਾਰਸ ਰੱਖ ਦਿੱਤਾ ਅਤੇ ਦਾਦਾ ਜੀ ਦੇ ਦਿਲ ਦੀ ਤਮੰਨਾ ਹੁਣ ਪੂਰੀ ਹੋ ਗਈ ਸੀ। ਅਤੇ ਬਾਅਦ ਵਿੱਚ ਮੇਰੇ ਦਾਦਾ ਜੀ ਨੇ ਮੇਰੇ ਚਾਚਾ ਅਤੇ ਤਾਇਆ ਜੀ ਨੂੰ ਸਜ਼ਾ ਦੇ ਤੌਰ ਤੇ ਆਪਣੀ ਜਾਇਦਾਦ ਵਿੱਚੋਂ ਬੇਦਖਲ ਕਰ ਦਿੱਤਾ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਹੀ ਘੰਟੀ ਨੂੰ ਦਬਾ ਕੇ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਵੇ। ਮੈਨੂੰ ਦਿਓ ਅਗਲੀ ਵੀਡੀਓ ਤੱਕ ਇਜਾਜ਼ਤ। ਤਦ ਤੱਕ ਲਈ ਧੰਨਵਾਦ।